ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਜੋ ਬਾਣੀ ਵਿਚਾਰ ਸ਼ੁਰੂ ਕੀਤੀ ਸੀ, ਜੋ ਕਿ ਲੜੀਵਾਰ ਆਪਾਂ ਵਿਚਾਰ ਕਰ ਰਹੇ ਹਾਂ, ਆਸਾ ਰਾਗ ਦੇ ਵਿੱਚ ਆਪਾਂ ਹੁਣ ਵਿਚਾਰ ਰਹੇ ਹਾਂ ਮਹੱਲੇ ਪਹਿਲੇ ਦੀ ਬਾਣੀ। ਕੱਲ ਆਪਾਂ ਵਿਚਾਰ ਰਹੇ ਸੀ ਕਿ ਇਹ ਜੋ ਸੰਸਾਰ ਹੈ ਕਲਯੁਗ ਦੇ ਵਿੱਚ, ਇਹ ਮਾਇਆ ਦੇ ਨਸ਼ੇ ਦੇ ਵਿੱਚ ਮਨ ਜਿਹੜਾ ਹੈ ਮਸਤ ਹੋ ਗਿਆ ਹੈ, ਮਾਇਆ ਦੇ ਨਸ਼ੇ ਨੂੰ ਪੀ ਰਿਹਾ ਹੈ। ਤੇ ਆਪ ਹੀ ਪਰਮੇਸ਼ਰ ਨੇ ਇਹ ਰੂਪ ਸਾਡਾ ਪੈਦਾ ਕੀਤਾ ਹੈ, ਜੋ ਮਾਇਆ ਦਾ ਰੂਪ ਹੈ, ਕਿਉਂਕਿ ਮਾਇਆ ਆਪ ਹੀ ਪੈਦਾ ਕੀਤੀ ਹੈ। ਤੇ ਆਪ ਹੀ ਫਿਰ ਜਦੋਂ ਗਿਆਨ ਹੋ ਜਾਂਦਾ ਹੈ, ਫਿਰ ਉਹ ਜੀਵ ਦੱਸਦਾ ਹੈ ਕਿ ਉਸ ਪਰਮੇਸ਼ਰ ਦਾ ਆਪਣਾ ਖੇਡ ਹੈ। ਆਪ ਹੀ ਇਹ ਰੂਪ ਕੀਤੇ ਨੇ ਵੱਖਰੇ ਵੱਖਰੇ ਭਾਂਤ ਭਾਂਤ ਦੇ। ਕਾਇਆ ਕਲਵਾਲੀ ਮਾਇਆ ਮਦ ਮੀਠਾ, ਮਨ ਮਤਵਾਲਾ ਪੀਵਤ ਰਹੈ। ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਬਪੜਾ ਏਵ ਕਹੇ। ਫਿਰ ਨਾਨਕ ਵਿਚਾਰਾ ਜੋ ਹੈ, ਜਿਸ ਨੂੰ ਗਿਆਨ ਹੋ ਜਾਂਦਾ ਹੈ, ਫਿਰ ਉਹ ਸਾਨੂੰ ਗਿਆਨ ਦਿੰਦਾ ਹੈ ਕਿ ਇੱਦਾਂ ਸੰਸਾਰ ਮਨ ਮਸਤ ਹੈ। ਤੇ ਜਿਹੜੇ ਫਿਰ ਗਿਆਨ ਲੈਂਦੇ ਨੇ ਉਹ ਫਿਰ ਸ਼ਬਦ ਦਾ ਗਿਆਨ ਹੈ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ। ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਜਿਨ੍ਹਾਂ ਨੂੰ ਗਿਆਨ ਕਰਵਾ ਦਿੰਦਾ ਹੈ, ਫਿਰ ਸਾਰਿਆਂ 'ਚ ਆਪ ਹੀ ਵਸਦਾ ਹੈ। ਰਸਨਾ ਤੋਂ ਆਪ ਬੋਲਦਾ ਹੈ, ਹਿਰਦੇ 'ਚ ਆ ਵਸਦਾ ਹੈ, ਫਿਰ ਦੂਜਾ ਕੋਈ ਨਹੀਂ ਹੈ। ਇਹ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਮਹੱਲਾ ਪਹਿਲਾ। ਰਹੋ ਪੰਕਤੀਆਂ ਨੇ ਜੋ ਨੱਚਣ ਦੀ ਗੱਲ ਆਉਂਦੀ ਹੈ। ਇੱਕ ਸੰਸਾਰ ਦੇ ਵਿੱਚ ਮਨ ਦਾ ਨੱਚਣਾ, ਤਨ ਦਾ ਨੱਚਣਾ ਹੈ, ਤੇ ਇੱਕ ਮਨ ਦਾ ਨੱਚਣਾ ਹੈ। ਕਿਉਂਕਿ ਗੁਰਬਾਣੀ ਮਨ ਤੇ ਲਿਖੀ ਗਈ ਹੈ, ਮਨ ਨੂੰ ਸੰਬੋਧਨ ਹੈ। ਮਨ ਦਾ ਨੱਚਣਾ ਕੀ ਹੈ? ਤੇ ਮਹਾਰਾਜ ਸਮਝਾਉਂਦੇ ਨੇ ਕਿ ਜੋ ਅਸਲੀ ਨੱਚਣਾ ਹੈ, ਜਿਸ ਨੂੰ ਕਹਿੰਦੇ ਨੇ ਤਾਲ ਦੇ ਵਿੱਚ ਨੱਚਣਾ, ਉਹ ਕੀ ਹੈ ਕਿ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਜਿਹੜਾ ਜੀਵ ਕਰਨਾ ਜਾਣਦਾ ਹੈ, ਉਹ ਸਮਝ ਦੋ ਉਸ ਦਾ ਹੀ ਨੱਚਣਾ ਮਨ ਦਾ ਸਹੀ ਹੈ। ਉਹ ਸਹੀ ਨੱਚਦਾ ਹੈ। ਪੂਰੇ ਤਾਲ ਜਾਣੈ ਸਾਲਾ, ਹੋਰ ਨੱਚਣਾ ਖੁਸ਼ੀਆਂ ਮਨ ਮਨ। ਜਦੋਂ ਸਿਫਤ ਸਲਾਹ ਸੁਣਦੇ ਹਾਂ, ਫਿਰ ਮਨ ਉਸ ਖੁਸ਼ੀ ਦੇ ਵਿੱਚ ਜਦੋਂ ਮਾਣਦਾ ਹੈ, ਉਸ ਖੁਸ਼ੀ ਨੂੰ ਉਹ ਵੀ ਮਨ ਦਾ ਹੀ ਨੱਚਣਾ ਹੈ। ਜਿਹੜਾ ਗਿਆਨ ਲੈ ਕੇ ਵਾਰ ਵਾਰ ਕਮਾਉਂਦਾ ਹੈ, ਖੁਸ਼ੀਆਂ ਨੂੰ ਮਾਣਦਾ ਹੈ, ਉਹ ਮਨ ਦਾ ਨੱਚਣਾ ਹੈ। ਤੇ ਇਸ ਦੇ ਵਿੱਚ ਫਿਰ ਸਾਨੂੰ ਦੱਸਿਆ ਹੈ ਕਿ ਜਿਵੇਂ ਨੱਚਦੇ ਹਾਂ, ਬਾਜੇ ਵੱਜਦੇ ਨੇ, ਤੇ ਇੱਥੇ ਬਾਜਾ ਕਿਹੜਾ ਵੱਜਦਾ ਹੈ? ਮਤ, ਗੁਰ ਦੀ ਮਤ ਦਾ ਵਾਜਾ। ਤੇ ਜੋ ਜੋੜੀ ਹੈ, ਬਾਜੇ ਦੇ ਨਾਲ ਨਾਲ ਤਬਲਾ ਵੀ ਵੱਜਦਾ ਹੈ, ਤੇ ਉਹ ਹੈ ਪਿਆਰ।
ਬਾਜਾ ਮਤ ਪਖਾਵਜ ਪਾਓ, ਹੋਏ ਆਨੰਦ ਸਦਾ ਮਨ ਚਾਓ। ਜਦੋਂ ਮਨ ਦੇ ਵਿੱਚ ਸਦਾ ਆਨੰਦ ਹੈ, ਜਿਸ ਗਿਆਨ ਦੁਆਰਾ ਉਸ ਮਤ ਨੂੰ ਬਾਜਾ ਕਿਹਾ ਹੈ, ਤੇ ਜਿਹੜਾ ਪਿਆਰ ਹੈ ਉਸ ਨੂੰ ਜੋ ਜੋੜੀ ਤਬਲਾ ਕਹਿ ਦਿੰਦੇ ਹਾਂ। ਇੱਦਾਂ ਫਿਰ ਇਹ ਸਾਜ਼ ਨੇ ਨੱਚਣ ਦੇ ਵਾਸਤੇ, ਮਨ ਦੇ ਵਾਸਤੇ। ਇਹਾ ਭਗਤ ਇਹੋ ਤਪਤਾਓ, ਇਹੋ ਹੀ ਭਗਤ ਹੈ। ਪਿਆਰ ਕਰਨਾ ਪ੍ਰਭੂ ਦੇ ਨਾਲ, ਗੁਰ ਦਾ ਗਿਆਨ ਲੈਣਾ, ਸਿਫਤ ਸਲਾਹ ਨੂੰ ਸੁਣਨਾ, ਫਿਰ ਉਸ ਨੂੰ ਵਾਰ-ਵਾਰ ਮਨ ਨੂੰ ਉਸ 'ਤੇ ਚੱਲਣਾ, ਉਸ ਨੂੰ ਕਮਾਉਣਾ, ਇਹ ਮਨ ਦਾ ਨੱਚਣਾ ਹੈ। ਇਤ ਰੰਗ ਨਾਚੋ ਰੱਖ ਰੱਖ ਪਾਓ। ਕਹਿੰਦੇ ਇੱਦਾਂ ਫਿਰ ਉਸ ਪ੍ਰਭੂ ਦੇ ਰੰਗ ਦੇ ਵਿੱਚ ਜਿਹੜਾ ਨੱਚਣਾ ਹੈ, ਉਹੀ ਅਸਲੀ ਮਨ ਦਾ ਨੱਚਣਾ ਹੈ। ਸਤ ਸੰਤੋਖ ਵੱਜੈ ਦੂਏ ਤਾਲ। ਦੂਏ ਤਾਲ ਵੱਜਦੇ ਨੇ ਕਿ ਸੱਚ ਤੇ ਸੰਤੋਖ, ਦੋ ਤਪਲੇ ਜੋੜੀ ਹੁੰਦੀ ਹੈ। ਇੱਦਾਂ ਹੀ ਇਹ ਤਾਲ ਹੈ ਸਤ ਤੇ ਸੰਤੋਖ ਦੁਆਰਾ ਚੱਲਣਾ। ਪੈਰੀ ਵਾਜਾ ਸਦਾ ਨਿਹਾਲ। ਤੇ ਪੈਰਾਂ ਦੇ ਵਿੱਚ ਘੁੰਗਰੂ ਨੇ, ਉਹ ਕੀ ਹੈ? ਜਦੋਂ ਅਸੀਂ ਸਦਾ ਨਿਹਾਲ ਰਹਿੰਦੇ, ਮਨ ਚਾਅ ਦੇ ਵਿੱਚ ਰਹਿੰਦਾ, ਆਨੰਦ ਦੇ ਵਿੱਚ ਰਹਿੰਦਾ ਹੈ, ਉਹ ਫਿਰ ਪੈਰਾਂ ਦੇ ਵਿੱਚ ਘੁੰਗਰੂ ਨੇ। ਜਿਵੇਂ ਘੁੰਗਰੂ ਪੈਰਾਂ 'ਚ ਬੰਨ੍ਹਦੇ ਨੇ, ਨੱਚਦੇ ਨੇ, ਛੈਣੇ ਲੈਂਦੇ ਨੇ ਢੋਲਕ ਸਾਜ਼ਾਂ ਦੇ ਨਾਲ। ਰਾਗ ਨਾਦ ਨਹੀਂ ਦੂਜਾ ਪਾਓ। ਰਾਗ ਨਾਦ ਕੀ ਨੇ? ਕਿ ਦੂਜੇ ਦਾ ਪਿਆਰ ਨਾ ਮਨ ਦੇ ਵਿੱਚ ਆਵੇ, ਇੱਕ ਪਰਮੇਸ਼ਰ ਦੇ ਨਾਲ ਪਿਆਰ ਹੋਵੇ, ਇਹ ਰਾਗ ਨਾਦ ਨੇ। ਇਤ ਰੰਗ ਨਾਚੋ ਰੱਖ ਰੱਖ ਪਾਓ। ਕਹਿੰਦੇ ਇੱਦਾਂ ਫਿਰ ਅਸੀਂ ਉਸ 'ਤੇ ਵਾਰ-ਵਾਰ ਜੋ ਚੱਲਣਾ ਹੈ, ਉਸ ਮਾਰਗ 'ਤੇ, ਗੁਰ ਦੇ ਗਿਆਨ 'ਤੇ, ਇਹ ਨੱਚਣਾ ਹੈ ਮਨ ਦਾ ਪ੍ਰਭੂ ਦੇ ਰੰਗ ਦੇ ਵਿੱਚ। ਪਾਉ ਫੇਰੀ ਹੋਵੇ ਮਨ ਚਿਤ। ਜਿਹੜਾ ਨੱਚਣ ਦੀ ਫੇਰੀ ਦਿੰਦੇ ਨੇ ਘੁੰਮ ਕੇ, ਉਹ ਕੀ ਹੈ? ਜੇ ਮਨ ਦੇ ਵਿੱਚ ਡਰ ਹੋਏਗਾ, ਇਹ ਫੇਰੀ ਹੈ। ਮਨ ਦੇ ਵਿੱਚ ਸਦਾ ਪ੍ਰਭੂ ਦਾ ਭੈ ਹੈ, ਇਹ ਫੇਰੀ ਦੇਣਾ ਹੈ। ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਬਹਿੰਦੇ ਉੱਠਦੇ ਹਰ ਸਮੇਂ ਉਸ ਪਰਮੇਸ਼ਰ ਦੇ ਭੈ ਦੇ ਵਿੱਚ ਰਹਿਣਾ ਹੈ, ਕਿਉਂਕਿ ਭੈ ਤੇ ਬਿਨਾਂ ਪਿਆਰ ਨਹੀਂ ਹੈ, ਤੇ ਪਿਆਰ ਤੇ ਬਿਨਾਂ ਭਗਤੀ ਨਹੀਂ ਹੈ। ਬਾਬਾ ਰਵਿਦਾਸ ਜੀ ਸਮਝਾਉਂਦੇ ਨੇ, ਭੈ ਬਿਨ ਭਉ ਨਾ ਉਪਜੈ, ਭਉ ਬਿਨ ਭਗਤ ਨਾ ਹੋਏ। ਲੇਟਣ ਲੇਟ ਜਾਣੈ ਤਨ ਸਵਾਰ। ਜਦੋਂ ਮਨ ਦਾ ਆਪਾ ਖਤਮ ਹੋ ਜਾਂਦਾ ਹੈ, ਮੁਖ ਪ੍ਰਕਾਸ਼ ਹੋ ਜਾਂਦਾ ਹੈ, ਉਸ ਨੂੰ ਹੀ ਲੇਟਣਾ ਕਹਿੰਦੇ ਨੇ, ਕਿਉਂਕਿ ਲਿਟ ਲਿਟ ਕੇ ਵੀ ਨੱਚਦੇ ਨੇ। ਧਰਤੀ ਤੇ ਪੈ ਪੈ ਕੇ ਫਿਰ ਉੱਠਦਾ, ਫਿਰ ਛਾਲਾਂ ਮਾਰਦਾ, ਨੱਚਦਾ ਹੈ। ਉਹ ਜਦੋਂ ਆਪਾ ਮਨ ਦਾ ਖਤਮ ਹੋ ਜਾਵੇ, ਉਸ ਨੂੰ ਕਹਿੰਦੇ ਨੇ ਮਨ ਦਾ ਲੇਟਣਾ। ਇਤ ਰੰਗ ਨਾਚੋ ਰੱਖ ਰੱਖ ਪਾਓ। ਕਹਿੰਦੇ ਇੱਦਾਂ ਪ੍ਰਭੂ ਦੇ ਰੰਗ ਦੇ ਵਿੱਚ ਰੰਗਣਾ ਹੀ ਇਹ ਪਾਉ ਰੱਖਣਾ ਹੈ ਧਰਤੀ ਤੇ, ਜਿੱਥੇ ਆਪਾਂ ਨੱਚਦੇ ਹਾਂ, ਜਿੱਥੇ ਤਾਲ ਪੂਰਦੇ ਹਾਂ। ਸਿੱਖ ਸਭਾ ਦੀਖਿਆ ਕੰਮ ਪਾਓ। ਜਿੱਥੇ ਉੱਥੇ ਫਿਰ ਸਭਾ ਹੈ, ਜਿੱਥੇ ਨੱਚਦੇ ਇਕੱਠੇ ਹੁੰਦੇ ਨੇ, ਜਿੱਥੇ ਸਿੱਖ ਦਾ ਗਿਆਨ ਦਿੱਤਾ ਜਾਂਦਾ ਹੈ, ਦੀਖਿਆ ਦੇ ਨਾਲ ਪਿਆਰ ਪੈਂਦਾ ਹੈ। ਗੁਰਮੁਖ ਸੁਣਨਾ ਸਾਚਾ ਨਾਮ। ਤੇ ਸਭਾ ਦੇ ਵਿੱਚ ਬੈਠ ਕੇ ਗੁਰਮੁਖਾਂ ਤੋਂ ਉਹ ਸੱਚੇ ਨਾਮ ਨੂੰ ਸੁਣਨਾ ਹੈ, ਤੇ ਫਿਰ ਉਸ ਦੇ ਨਾਲ ਪਿਆਰ ਕਰਨਾ ਹੈ, ਭਾਉ ਰੱਖਣਾ ਹੈ। ਨਾਨਕ ਆਖਣ ਬੇਰਾ ਬੇਰ। ਕਹਿੰਦੇ ਇੱਦਾਂ ਫਿਰ ਉਹ ਸਾਨੂੰ ਉਹ ਵਾਰ-ਵਾਰ ਇੱਕ ਹੀ ਗਿਆਨ ਕਰਵਾਉਂਦਾ ਹੈ ਕਿ ਕਿਵੇਂ ਆਪਾਂ ਮਾਲਕ ਦੇ ਅੱਗੇ ਨੱਚਣਾ ਹੈ। ਇਤ ਰੰਗ ਨਾਚੋ ਰੱਖ ਰੱਖ ਪੈ। ਤੇ ਉਹ ਜੁਗਤੀ ਜੋ ਆਪਾਂ ਕਮਾਉਂਦੇ ਹਾਂ, ਜਿੱਥੇ ਮਨ ਨੱਚਦਾ ਹੈ, ਇਸੇ ਮਨ ਦੇ ਨੱਚਣੇ ਨੂੰ ਗੁਰਬਾਣੀ ਅਨੁਸਾਰ ਨੱਚਣਾ ਕਹਿੰਦੇ ਨੇ। ਤੇ ਇਹ ਸਾਜ਼ ਨੇ ਜਿਹੜੇ ਆਪਾਂ ਵਿਚਾਰੇ ਨੇ, ਮਤ ਬਾਜਾ ਪਖਾਵਜ ਪਾਓ। ਤੇ ਇਹ ਮਨ ਦਾ ਨੱਚਣਾ, ਇੱਕ ਸੰਸਾਰ ਦਾ ਤਨ ਦਾ ਨੱਚਣਾ ਹੈ,
ਲੇਕਿਨ ਇੱਦਾਂ ਮਨ ਜਦੋਂ ਗੁਰਜੁਗਤੀ ਤੇ ਪਿਆਰ ਕਰਕੇ ਜੀਵ ਨੱਚਦਾ ਹੈ, ਕਹਿੰਦੇ ਇੱਦਾਂ ਰੰਗਾ ਨੱਚਾਂਗੇ ਤੇ ਮਾਲਕ ਖੁਸ਼ ਹੁੰਦਾ, ਉਹਦਾ ਰੰਗ ਚੜ੍ਹਦਾ ਹੈ। ਅਗਲੇ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਰਹੋ ਪੰਕਤੀਆਂ ਨੇ ਸ਼ਬਦੀਆਂ, ਕਿਆ ਉਪਮਾ ਤੇਰੀ ਆਖੀ ਜਾਏ। ਕਿਉਂਕਿ ਪ੍ਰਭੂ ਦੀ ਉਪਮਾ ਆਖੀ ਨਹੀਂ ਜਾ ਸਕਦੀ, ਉਹ ਆਖਣ ਦੇ ਵਿੱਚ ਆਉਂਦਾ ਨਹੀਂ ਹੈ। ਤੂੰ ਸਰਬੇ ਪੂਰ ਰਿਹਾ ਲਿਵ ਲਾਏ। ਜਦੋਂ ਲਿਵ ਲਾ ਕੇ ਅਸੀਂ ਦੇਖਦੇ ਹਾਂ, ਫਿਰ ਸਾਨੂੰ ਸੋਝੀ ਆਉਂਦੀ ਕਿ ਹਰ ਥਾਂ ਰੱਬ ਰਿਹਾ ਹੈ, ਪਰ ਕਹਿਣ ਦੇ ਵਿੱਚ ਨਹੀਂ ਹੈ, ਉਸ ਦੀ ਉਪਮਾ ਕਹੀ ਨਹੀਂ ਜਾ ਸਕਦੀ। ਕਹਿਣਾ ਕੀ ਹੈ? ਜਦੋਂ ਕਹਿੰਦਾ ਹੈ ਉਹ ਵੀ ਤ੍ਰੈ ਗੁਣਾ ਤੋਂ ਦੂਰ ਦੀ ਉਪਮਾ ਹੈ ਜੋ ਸਾਧੂ ਜਨ ਕਰਦੇ ਨੇ, ਜਿਹਨੂੰ ਮਹਾਰਾਜ ਸੁਣਾਉਂਦੇ ਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ। ਸਾਧ ਕੀ ਉਪਮਾ ਰਹੀ ਭਰਪੂਰ। ਇਸ ਕਰਕੇ ਉਹ ਕਹਿਣ ਦੇ ਵਿੱਚ ਨਹੀਂ ਆਉਂਦਾ, ਸਿਰਫ ਧਿਆਨ ਦੇ ਵਿੱਚ ਹੀ ਆਉਂਦਾ ਹੈ। ਇਹ ਰਹੋ ਪੰਕਤੀਆਂ ਨੇ ਜਦੋਂ ਲਿਵ ਜੁੜ ਜਾਂਦੀ ਹੈ, ਫਿਰ ਆਪਾਂ ਉਸ ਨੂੰ ਸਰਬ ਨਿਰੰਤਰ ਦੇਖ ਸਕਦੇ ਹਾਂ। ਪੌਣ ਉਪਾਏ ਧਰੀ ਸਭ ਧਰਤੀ। ਪੌਣ ਪੈਦਾ ਕੀਤੀ ਹੈ, ਪੌਣ ਪਾਣੀ ਅਗਨ ਦੁਆਰਾ ਇਹ ਸੰਸਾਰ ਪੈਦਾ ਹੋਇਆ ਹੈ। ਜਿਵੇਂ ਧਰਤੀ ਪੈਦਾ ਹੋਈ, ਇੱਦਾਂ ਸਾਡੇ ਸਰੀਰ ਵੀ ਇਸੇ ਦੁਆਰਾ ਪੈਦਾ ਹੁੰਦੇ ਨੇ। ਪੌਣ ਪਾਣੀ ਅਗਨੀ ਕਾ ਮੇਲ। ਅੰਦਲੇ ਦਹ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਹੁਣ ਸਮਝਾਉਂਦੇ ਨੇ, ਜਦ ਤੱਕ ਅੰਧਲੇ ਹਾਂ, ਸਾਨੂੰ ਗਿਆਨ ਨਹੀਂ ਹੈ, ਹੰਕਾਰ ਦੇ ਵਿੱਚ ਹਾਂ, ਸਾਡੇ ਅੰਦਰ ਇੱਕ ਰਾਵਣ ਦੀ ਤਰ੍ਹਾਂ ਸਾਡੇ ਮਨ ਦੀ ਅਵਸਥਾ ਹੈ, ਜਾਂ ਜੋ ਕਾਲ ਹੈ ਜਿਸ ਨੂੰ ਰਾਵਣ ਕਿਹਾ ਹੈ। ਜਦ ਤੱਕ ਅਸੀਂ ਇਸ ਨੂੰ ਮਾਰਦੇ ਨਹੀਂ, ਮਾਲਕ ਦੇ ਨਾਲ ਮਿਲਾਪ ਨਹੀਂ ਹੁੰਦਾ। ਜਦੋਂ ਇਸ ਨੂੰ ਮਾਰ ਲਿਆ, ਫਿਰ ਆਪਾਂ ਦੇਖ ਸਕਦੇ ਹਾਂ ਕਿ ਮਾਲਕ ਕਿੱਡਾ ਵੱਡਾ ਹੈ। ਦੇਖ ਹੀ ਸਕਦੇ ਹਾਂ, ਲੇਕਿਨ ਉਪਮਾ ਨਹੀਂ ਕੀਤੀ ਜਾ ਸਕਦੀ। ਪਰ ਉਦੋਂ ਤੱਕ ਨਹੀਂ ਨਜ਼ਰ ਆਉਂਦਾ ਜਦੋਂ ਤੱਕ ਸਾਡੇ ਅੰਦਰ ਜਿਹੜੀ ਰਾਵਣ ਵਿਰਤੀ ਹੈ, ਸਾਡੇ ਅੰਦਰ ਜੋ ਰਾਵਣ ਹੈ, ਉਸ ਨੂੰ ਮਾਰ ਨਹੀਂ ਦਿੰਦੇ, ਉਸ ਦਾ ਸਿਰ ਕੱਟ ਨਹੀਂ ਦਿੰਦੇ। ਜੋ ਹੰਕਾਰ ਹੈ ਉਹ ਮਰ ਨਹੀਂ ਜਾਂਦਾ। ਜਦੋਂ ਉਹ ਮਰ ਗਿਆ, ਫਿਰ ਅਸੀਂ ਉਸ ਨੂੰ ਦੇਖ ਸਕਦੇ ਹਾਂ ਵੀ ਕਿੱਡਾ ਵੱਡਾ ਹੈ। ਉਹ ਤਾਂ ਹਰ ਥਾਂ ਹੈ, ਸਰਵ ਨਿਰੰਤਰ ਹੈ। ਜੀ ਉਪਾਏ ਜੁਗਤ ਹੱਥ ਕੀਨੀ। ਜੀ ਨੂੰ ਉਪਾਉਂਦਾ ਹੈ, ਫਿਰ ਉਸ ਨੂੰ ਇਹ ਜੁਗਤੀ ਉਹਦੇ ਹੱਥ ਵਿੱਚ ਦੇ ਦਿੰਦਾ ਹੈ ਕਿ ਕਿਵੇਂ ਆਪਾਂ ਚੱਲਣਾ ਹੈ। ਜਿਵੇਂ ਪਸ਼ੂਆਂ ਦੇ ਨੱਥ ਪਾ ਲੈਂਦੇ ਹਾਂ ਆਪਾਂ, ਇੱਦਾਂ ਹੀ ਇੱਥੇ ਆਪਾਂ ਮਨ ਨੂੰ ਨੱਥ ਪਾਉਂਦੇ ਹਾਂ। ਆਪਾਂ ਦੇਖਦੇ ਵੀ ਹਾਂ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਵਿੱਚ ਨੱਥ ਪਾਈ ਹੁੰਦੀ ਹੈ, ਨੱਕ ਦੇ ਵਿੱਚ ਨਕੇਲ ਵੀ ਕਹਿ ਦਿੰਦੇ। ਉਹ ਸਾਨੂੰ ਇਹ ਸਮਝਾਇਆ ਹੁੰਦਾ ਹੈ ਵੀ ਜਿਹੜੇ ਫਿਰ ਉਸ ਦੇ ਕਹੇ ਅਨੁਸਾਰ ਚੱਲਦੇ ਨੇ, ਜਿਹਨੂੰ ਆਪਾਂ ਪੜ੍ਹਦੇ ਹਾਂ, ਨੱਕ ਨੱਥ ਖਸਮ ਹੱਥ। ਇੱਦਾਂ ਫਿਰ ਜਿਨ੍ਹਾਂ ਨੂੰ ਇਹ ਗਿਆਨ ਦਿੰਦਾ ਹੈ, ਜਿਨ੍ਹਾਂ ਨੂੰ ਆਪ ਚਲਾਉਂਦਾ ਹੈ, ਉਹ ਫਿਰ ਉਸ ਮਾਲਕ ਨੂੰ ਦੇਖਦੇ ਨੇ ਵੀ ਕਿੱਡਾ ਵੱਡਾ ਮਾਲਕ ਹੈ। ਪਰ ਦੇਖ ਹੀ ਸਕਦੇ ਨੇ, ਕਹਿ ਨਹੀਂ ਸਕਦੇ। ਉਪਮਾ ਨਹੀਂ, ਕਿਉਂਕਿ ਕਹਿਣ ਤੋਂ ਬਾਹਰ ਹੈ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਫਿਰ ਦੇਖਦਾ ਵੀ ਕਿੱਡਾ ਵੱਡਾ ਹੈ ਮਾਲਕ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰਬ ਰਿਹਾ। ਫਿਰ ਉਹ ਦੇਖਦੇ ਨੇ ਵੀ ਉਹ ਤਾਂ ਹਰ ਥਾਂ ਰਬ ਰਿਹਾ ਹੈ। ਕੌਣ ਪੁਰਖ ਕੌਣ ਜੋਰੂ, ਉੱਥੇ ਤਾਂ ਫਿਰ ਸਾਰਿਆਂ 'ਚ ਜੋਤ ਹੀ ਉਸ ਪ੍ਰਭੂ ਦੀ ਹੈ। ਕਿਉਂਕਿ ਇਹ ਦੋ ਕੱਪੜੇ ਹੀ ਨੇ, ਪੁਰਖ ਤੇ ਨਾਰੀ ਦੇ, ਜਿਹੜੇ ਦੋ ਕੱਪੜੇ ਤਿਆਰ ਕੀਤੇ ਨੇ, ਲੇਕਿਨ ਜੋਤ ਸਾਰਿਆਂ ਦੇ ਵਿੱਚ ਇੱਕ ਹੈ। ਜਦੋਂ ਸਾਡਾ ਮਨ ਨੂੰ ਚੌਥੇ ਪਦ ਦਾ ਗਿਆਨ ਹੋ ਜਾਂਦਾ ਹੈ, ਮਨ ਸੁਨ ਮੰਡਲ ਦਾ ਵਾਸੀ ਬਣ ਜਾਂਦਾ ਹੈ, ਉੱਥੇ ਫਿਰ ਨਾ ਕੋਈ ਪੁਰਖ ਹੈ ਤੇ ਨਾ ਕੋਈ ਨਾਰ ਹੈ। ਜੋਰੂ ਨਾਰ ਨੂੰ ਕਹਿ ਦਿੰਦੇ ਨੇ।
फिर तो ਉਹੀ नज़र आता है। ये पुरख ते नार कित्थे तक ने, जदों असी अखां ते जो पट्टी बंदी है उसी असली रूप नूं नहीं देखते। फिर उत्थे जिन्हों महाराज समझाउंदे ने, सुन मंडल एक जोगी बैसै, नार ना पुरख कहूँ को कैसे। भी सुन मंडल दे विच जाके नार पुरख नहीं, हाँ उत्थे आपां सारे एक ही रूप हाँ। क्योंकि जिहड़े साडे मन दी जोत है, इस नूं संसार दे विच खेडण दे वास्ते दो कपड़े तैयार कीते ने, जिन्हां द्वारा फिर साडा इत्थे नवेड़ा हुंदा है। जिन्हों महाराज समझाउंदे ने कि नारी पुरख सिरजियन, बिख माया मोह प्यारो, खानी बाणी तेरियां जेदी देजी आधारो, कुदरत तख्त रचाया सच नवेड़न हारो। कि तख्त रचाया है उसने, दो कपड़े दे दिते ने, माया दे कपड़े ने, जिथे असी इन्हां कपड़ियां नाल प्यार पा लैंदे हाँ ते मालिक नूं भुल जांदे हाँ। ते बारे दस्सिया भी इत्थे सारा कुछ कूड़ है। कूड़ मियाँ कूड़ बीबी, खप होए खार, कूड़ कूड़े ने लगा विसरिया करता। जदों फिर सोझी हो जाती है, फिर आपां उस मालिक नूं देख लैंदे हाँ, उत्थे फिर सानू ओही नज़र आउंदा है। नाल कुटुंब साथ वरदाता, ब्रह्मा पालन शिष्ट गया। हुण ब्रह्मा है कुटुंब दे विच, क्योंकि मन ने हाले गुर दा ज्ञान नहीं लिया, जिसने वो पालन तां गया है मालिक नूं अपनी मत द्वारा। आगे अंत ना पायो ताका, कांच छेद क्या बड़ा पया। कहंदे पर उसका अंत नहीं पा सकिया, उसनूं जान नहीं सकिया, क्योंकि ब्रह्मा हंकार दे विच है। जेड़ा ब्रह्मा है, विष्णु है, शिव जी, ये सारे हंकार दे विच ने। पर जदों अंदरों हंकार खत्म हो गया, अंदरों कंस मर गया, ते फिर उसनूं देखिया भी केडा वड्डा परमेश्वर है। जब तक अंदरों हंकार है, असी भालन भी जावांगे, उसनूं जान नहीं सकते जब तक हौमे नहीं मरती, क्योंकि हंकार प्रभु नूं नहीं पाउंदा। ये हर युग दे विच साडे अंदर हंकार है, लेकिन उसनूं नाम बखरे बखरे दिते गए ने। किते उसनूं रावण कह दिता है, किते उसनूं कंस कह दिता है, ते ऐदां लेकिन है ओही, मन भी ओही है जुगां तो। पर देख कदों सकदे उस प्रभु नूं कि किड्डा वड्डा। जिवें आपां कल भी विचार कर रहे सी परसों, कि सुन के तो सारे कहते ने, सुन वड्डा आखा सब कोई, केवड़ वड्डा डिठा होए। जिन्नी देर साडे अंदरों ये हंकार नहीं मरदा, उन्नी देर आपां नहीं देख सकते। पर जदों उसनूं मार दिता, फिर देख सकते कि किड्डा वड्डा मालिक है, सर्व निरंतर रव रहा है। रतन उपाय धरे खीर मथ्या, होर पखलाए जे असी किया। समझाउंदे ने कि परमेश्वर ने रतन उपाय ने ते सानू ये ज्ञान दे दिता है। दुध जिमें है, दुध नूं आपां मथांगे उहदे विचों मक्खण निकलदा है। पानी नूं मथांगे कुछ भी मथना है, रिड़कना। पानी नूं रिड़कांगे उसों कुछ नहीं निकलेगा। इदां ही प्रभु ने सानू ये ज्ञान दे दिता है, जिसनूं खीर कह दिता है। वो फिर मथदे हाँ, उस दे विचों अमृत लिखदा है, लेकिन वो परमेश्वर वल्लों ही सानू दिता होया है। कुछ जीव कहते हैं कि असीं इदां कर दिता, ते महाराज कहते वो पख मारते ने, पखलाउंदे ने, क्योंकि आप नहीं कुछ कर सकते। करन वाला कौन है? परमेश्वर। आप जदों सानू वो ज्ञान देंदा है, रतन देंदा है, फिर ही असीं इत्थों मथ के उस मालिक दे नाम नूं बुझ सकते हाँ।
ਜਿਹੜਾ ਗੁਰ ਦਾ ਸ਼ਬਦਨ ਵੀ ਹੈ ਆਪਾਂ ਨੂੰ, ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਕਹਿ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦਿਆ। ਹੁਣ ਸਮਝਾਉਂਦੇ ਨੇ ਵੀ ਜਿਨ੍ਹਾਂ ਨੂੰ ਮਾਲਕ ਨੇ ਇਹ ਰਤਨ ਦੇ ਦਿੱਤਾ ਹੈ, ਇਹ ਖਜ਼ਾਨਾ ਬਖਸ਼ ਦਿੱਤਾ ਹੈ, ਉਹ ਫਿਰ ਛਪਿਆ ਨਹੀਂ ਰਹਿੰਦਾ। ਉਹ ਹਰ ਇੱਕ ਜੀਵ ਨੂੰ ਇਹ ਗਿਆਨ ਦਿੰਦਾ ਹੈ, ਜਿਸ ਨੂੰ ਆਪ ਪ੍ਰਭੂ ਨੇ ਇਹ ਰਤਨ ਬਖਸ਼ ਦਿੱਤਾ ਹੈ। ਪਰ ਜਿੱਥੇ ਜੀਵ ਕਹਿੰਦਾ ਕਿ ਅਸੀਂ ਕਰਦੇ ਹਾਂ, ਉੱਥੇ ਫਿਰ ਰਤਨ ਨਹੀਂ ਹੈ, ਕਿਉਂਕਿ ਆਪਣਾ ਨਹੀਂ ਹੈ, ਉਸ ਪ੍ਰਭੂ ਦਾ ਰਤਨ ਹੈ। ਜਦੋਂ ਉਹ ਗਿਆਨ ਕਰਵਾ ਦਿੰਦਾ, ਫਿਰ ਉਹ ਛਪਿਆ ਨਹੀਂ ਰਹਿੰਦਾ। ਉਹ ਆਪ ਵੀ ਉਸ ਨੂੰ ਧਿਆਉਂਦਾ ਹੈ, ਦੇਖਦਾ ਹੈ ਕਿ ਕਿੱਡਾ ਵੱਡਾ ਮਾਲਕ ਹੈ, ਕਿਵੇਂ ਅਸੀਂ ਆਪਣੇ ਅੰਦਰੋਂ ਜੋ ਕੰਸ ਹੈ, ਜੋ ਰਾਵਣ ਹੈ, ਉਸ ਨੂੰ ਮਾਰਨਾ ਹੈ, ਕਿਵੇਂ ਆਪਾਂ ਗਵਾਉਣਾ, ਆਪਾਂ ਕਹਿ ਦਈਏ, ਕਿਉਂਕਿ ਹੰਕਾਰ ਪ੍ਰਭੂ ਨੂੰ ਨਹੀਂ ਪਾਉਂਦਾ। ਫਿਰ ਉਹ ਹਰ ਇੱਕ ਜੀਵ ਨੂੰ ਇਹ ਗਿਆਨ ਦਿੰਦਾ ਹੈ, ਜਿਸ ਤੋਂ ਮਾਲਕ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ। अगला शब्द है फिर आसा महला पहला। रहो पंक्तियां ने करे बख्यान जाने जे कोई, जे कोई उसनू जानदा है वो उसका बख्यान करदा, उसके बारे सोझी देंदा है। अमृत पीवै सोई, उस प्रभु की सिफ सलाह करनी, वो अमृत पीना है। अमृत कित्थों निकलता है? गुर दे ज्ञान दे विचों। जिवें आपां पहला बताया है भी जिवें माल आपां दुध दे दईए उस चों मक्खन निकलेगा, ऐदों जिन्हां नूं परमेश्वर ये ज्ञान दिंदा है, उस नूं मथदे ने, उस दे विचों फिर अमृत निकलदा है। वो फिर दूजे जीवां नूं ये दसदा है, इस सिर्फ सलाह नूं ही कह दिता है अमृत पीना। भी वही फिर जिन्हों मालिक ने जना दिता, वो अगे व्याख्यान करता है, वो अमृत पींदा, उसकी सिर्फ सलाह करता है, अमृत पींदा है। ते इत्थे समझाउंदे ने कर्म करतूत बेल बिस्थारी। कर्म जिहड़ा है अपनी करतूत जो आप करनी हुंदा है, जिथे अभ्यास करना, करतूत कहते कुछ करते हाँ, जिमें आप ध्यान लाउंदे हाँ, ये अपनी एक करतूत है, करनी करनी है। वो कर्म असी उस करतूत नूं बना लेंदे हाँ। ते इहदे नाल की हुंदा कि बेल विस्तारी, इहदे द्वारा एक बेल जिमें आप ला देंदे, बूटा ला देंदे, कर्म करते हाँ, ते उसनूं फिर फल लगता है। किहड़ा फल लगता है? राम नाम फल हुआ। जदों गुरु का ज्ञान लेके असी अपने ध्यान में चलते हाँ, तो उस वेल नूं फल लगता है राम नाम का। तिस रूप न रेख अनाहद वाजे, शब्द निरंजन किया। वो जड़ा फल लगता है नाम, उत्थे कोई रूप नहीं है, उत्थे कोई रेख नहीं है। वो शब्द है निरंजन, जिहड़ा गुर दा शब्द है, वो फिर दिता जाता है। इस नूं कर्म कहते। वो जिहड़ा जीव जानदा है उसका व्याख्यान करता है। इस व्याख्यान नूं करनी नूं करतूत कह दिता, ते जो आपां ये ज्ञान लैके चलदे बेल है। इत्थे फिर राम नाम का फल लगता है, पर है किहड़ा? ना उहदा रूप है, ना रेख है, वो अदिष्ट है, अनाहत है, निरंजन है, माया तो रहता है। जिन पिया से मस्त पे हैं, टूटे बंधन फाहे। जेड़े ये रस नूं पी लैंदे ने ते उन्हां दा वो मस्त हो जाते, ते उन्हां दे बंधन टुट जाते ने, फाहे टुट जाते ने। जिहड़ा मन नूं बंधन पे ने
ਉਹ ਫਲ ਖਾਣ ਦੇ ਨਾਲ, ਉਸ ਰਸ ਨੂੰ ਪੀਣ ਦੇ ਨਾਲ ਉਹ ਬੰਧਨ ਟੁੱਟ ਜਾਂਦੇ ਨੇ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਜੋਤ ਜੋਤ ਸਮਾਉਂਦੀ ਹੈ ਜਿਹੜੇ ਗੁਰ ਦਾ ਗਿਆਨ ਲੈਂਦੇ ਨੇ। ਕਿ ਆਪਾਂ ਭਗਤੀ ਕਿਹੜੀ ਕਰਦੇ? ਜੋਤ ਨੂੰ ਜੋਤ। ਜਦੋਂ ਜੋਤ ਜੋਤ ਸਮਾ ਜਾਂਦੀ ਹੈ, ਫਿਰ ਜੀਵ ਜਿਹੜਾ ਹੈ, ਜਿਹੜਾ ਮਾਇਆ ਦਾ ਲਾਹਾ ਹੈ। ਮਾਇਆ ਦਾ ਲਾਹਾ ਕੀ ਹੈ? ਕਿ ਪਹਿਲਾਂ ਮਨ ਮਾਇਆ ਬਾਰੇ ਹੀ ਸੋਚੀ ਜਾਂਦਾ ਸੀ, ਫਿਰ ਮਨ ਆਪਣੀ ਭਗਤੀ 'ਚ ਜੁੜ ਜਾਂਦਾ ਹੈ, ਤੇ ਫਿਰ ਆਪਾਂ ਕਰਮ ਕਰਦੇ ਹਾਂ ਤਨ ਕਰਕੇ। ਇਹ ਨਹੀਂ ਵੀ ਅਸੀਂ ਕੋਈ ਮਾਇਆ ਤਿਆਗ ਦਿੰਦੇ ਹਾਂ, ਪਰ ਮਾਇਆ ਅਸੀਂ ਕਿਹੜੀ? ਆਪਣੀ ਕਿਰਤ ਕਰਕੇ। ਇੱਕ ਜੀਵ ਨੇ ਜਿਹੜੇ ਮਾਇਆ ਧਰਮ ਦੇ ਨਾਂ 'ਤੇ ਲੁੱਟਦੇ ਨੇ, ਇੱਕ ਕਰਦੇ ਨੇ 10 ਨੌਹਾਂ ਦੀ ਕਿਰਤ ਦੀ। ਜਿਹੜੀ 10 ਨੌਹਾਂ ਦੀ ਕਿਰਤ ਕਰਕੇ ਆਪਾਂ ਮਾਇਆ ਕਮਾਉਂਦੇ ਹਾਂ, ਉਸ ਨੂੰ ਅੰਮ੍ਰਿਤ ਕਹਿੰਦੇ ਨੇ। ਤੇ ਜਿਹੜਾ ਅਸੀਂ ਧਰਮ ਦੇ ਨਾਂ 'ਤੇ ਲੁੱਟਦੇ ਹਾਂ, ਉਹ ਮਾਇਆ ਨੂੰ ਬਿਖ ਕਿਹਾ ਹੈ। ਬਿਖ ਖੜਦੇ ਨੇ, ਬਿਖ ਖਾਂਦੇ ਨੇ ਜਿਹੜੇ ਇਹ ਮਾਇਆ ਦੀ ਕਮਾਈ ਨੂੰ ਦਾ ਭੋਜਨ ਕਰਦੇ ਨੇ। ਇਸ ਕਰਕੇ ਕਹਿੰਦੇ ਉਹ ਜੀਵ ਫਿਰ ਮਾਇਆ ਦਾ ਲਾਹਾ ਛੱਡ ਦਿੰਦਾ ਹੈ, ਜੋ ਜੋ ਸਮਾਉਂਦੀ ਹੈ, ਤੇ ਏਦਾਂ ਬੰਧਨ ਟੁੱਟ ਜਾਂਦੇ ਨੇ। ਮਨ ਆਨੰਦ ਦੇ ਵਿੱਚ ਆਉਂਦਾ ਹੈ। ਸਰਬ ਜੋਤ ਰੂਪ ਤੇਰਾ ਦੇਖਿਆ। ਫਿਰ ਕੀ ਹੈ ਕਿ ਸਾਰੇ ਪਾਸੇ ਉਸ ਦਾ ਰੂਪ ਦਿਖਦਾ ਹੈ, ਪਰ ਹੈ ਕਿਹੜਾ? ਜੋਤ ਰੂਪ। ਸਗਲ ਭਵਨ ਤੇਰੀ ਮਾਇਆ, ਤੇ ਸਾਰੇ ਇਹ ਤ੍ਰੈ ਭਵਨ ਨੇ, ਇੱਥੇ ਉਸ ਦੀ ਮਾਇਆ ਹੈ, ਤੇ ਸਾਰਿਆਂ ਦੇ ਵਿੱਚ ਆ ਬਸਦਾ ਹੈ। ਫਿਰ ਸਾਨੂੰ ਇਹ ਮਾਇਆ ਵੀ ਕੀ ਬਣ ਜਾਂਦੀ ਹੈ? ਹਰੀ ਦਾ ਰੂਪ। ਮਹਾਰਾਜ ਸਮਝਾਉਂਦੇ ਨੇ, ਜਦੋਂ ਆਪਾਂ ਜਾਣ ਲੈਂਦੇ ਪ੍ਰਭੂ ਨੂੰ, ਕਿਉਂਕਿ ਇਹ ਮਾਇਆ ਕਿਸ ਦੀ ਪੈਦਾ ਕੀਤੀ ਹੈ? ਪ੍ਰਭੂ ਦੀ। ਆਪ ਹੀ ਮਾਇਆ ਰਚੀ ਹੈ। ਇਹ ਮਾਇਆ ਕਦੋਂ ਤੱਕ ਸਾਡੇ ਵਾਸਤੇ ਵਿਖ ਹੈ? ਜਦੋਂ ਤੱਕ ਅਸੀਂ ਪ੍ਰਭੂ ਨੂੰ ਜਾਣਿਆ ਨਹੀਂ। ਜਦੋਂ ਜਾਣ ਲਿਆ, ਫਿਰ ਇਹ ਸਾਡੇ ਵਾਸਤੇ ਅੰਮ੍ਰਿਤ ਹੈ। ਪਰ ਸਾਨੂੰ ਅਸੀਂ ਵਿਖ ਕਿਹੜੀ ਹੈ? ਪੂਜਾ ਦਾ ਧਨ। ਉਸ ਤੋਂ ਬਿਨਾਂ ਮਾਇਆ ਜਿਹੜੀ ਹੈ ਉਹ ਵੀ ਅੰਮ੍ਰਿਤ ਹੈ। ਹਮਾਰਾ ਸਮਝਾਉਂਦੇ ਨੇ, ਮਾਇਆ ਮਮਤਾ ਮੋਹਣੀ ਜਿਨ ਕੀਤੀ ਤਿਸ ਜਾਨ, ਵਿਖਿਆ ਅੰਮ੍ਰਿਤ ਏਕ ਹੈ, ਬੁਝੈ ਪੁਰਖ ਸੁਜਾਨ। ਵੀ ਜਿਹਨੇ ਇਹ ਮਾਇਆ ਪੈਦਾ ਕੀਤੀ, ਉਸ ਨੂੰ ਜਾਣ ਲਿਆ, ਉਸ ਨੂੰ ਆਪਾਂ ਬੁੱਝ ਲਿਆ, ਫਿਰ ਸਾਡੇ ਵਾਸਤੇ ਵਿਖਿਆ ਅੰਮ੍ਰਿਤ ਇੱਕ ਹੈ। ਪਰ ਪੂਜਾ ਦਾ ਧਨ ਜਿਹੜਾ, ਇਹ ਸਦਾ ਵਿਖੀ ਹੈ, ਇਸ ਨੂੰ ਕਿਤੇ ਅੰਮ੍ਰਿਤ ਨਹੀਂ। ਕਰਮ ਕਰਦੇ ਹਾਂ, ਆਪਣੀ ਮਿਹਨਤ ਦੀ ਜਿਹੜੀ ਕਮਾਈ ਹੈ ਉਹ ਅੰਮ੍ਰਿਤ ਹੈ ਸਾਡੇ ਵਾਸਤੇ, ਉਹ ਵਿਖ ਨਹੀਂ ਹੈ। ਪੂਜਾ ਦਾ ਧਨ ਵਿਖ ਹੈ। ਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਆਪਾਂ ਦੇਖ ਸਕਦੇ ਉਸ ਮਾਲਕ ਨੂੰ ਨਿਰਾਲਮ ਰੂਪ ਦੇ ਵਿੱਚ, ਮਾਇਆ ਤੋਂ ਰਹਿਤ ਹੋ ਕੇ। ਬੇਸ਼ੱਕ ਮਾਇਆ ਵੀ ਉਸ ਦੀ ਸਾਜੀ ਹੈ, ਪਰ ਆਪ ਇਸ ਤੋਂ ਨਿਰਲੇ ਬੈਠਾ ਹੈ। ਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਜਦੋਂ ਅਸੀਂ ਦੇਖਦੇ ਹਾਂ ਉਸ ਦੀ ਛਾਇਆ, ਇਹ ਮਾਇਆ ਨੂੰ ਛਾਇਆ ਕਿਹਾ ਹੈ, ਇਹਦੇ ਵਿੱਚ ਆ ਬੈਠਾ ਸਾਨੂੰ ਸਾਰੇ ਬਸਦਾ ਨਜ਼ਰ ਆਉਂਦਾ ਹੈ। ਬੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨ ਰੂਪ ਅਪਾਰਾ। ਹੁਣ ਸ਼ਬਦ ਕਿਹੜਾ ਹੈ? ਕੌਣ ਵਜਾਉਂਦਾ ਹੈ? ਜੋਗੀ। ਜੋਗੀ ਕਿਸ ਨੂੰ ਕਹਿੰਦੇ ਨੇ? ਗੁਰਬਾਣੀ ਦੇ ਵਿੱਚ ਜਿਹੜਾ ਸਾਨੂੰ ਇੱਕ ਦ੍ਰਿਸ਼ਟ ਕਰ ਦੇਵੇ, ਸਾਡੇ ਦ੍ਰਿਸ਼ਟੀ ਨੂੰ ਸਮ ਕਰ ਦੇਵੇ, ਉਸ ਨੂੰ ਜੋਗੀ ਕਹਿੰਦੇ ਨੇ। ਮਹਾਰਾਜ ਸਮਝਾਉਂਦੇ ਨੇ, ਏਕ ਦ੍ਰਿਸ਼ਟ ਕਰ ਸੰਸਰ ਜਾਣਾ, ਜੋਗੀ ਕਹੀਐ ਸੋਈ। ਹੁਣ ਉਹ ਜੋਗੀ ਇਹ ਬੀਣਾ ਕਿਹੜੀ ਵਜਾਉਂਦਾ ਹੈ? ਇੱਕ ਦ੍ਰਿਸ਼ਟ ਹੋਣ ਦਾ ਜਿਹੜਾ ਗਿਆਨ ਹੈ। ਬੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨ ਰੂਪ ਅਪਾਰਾ। ਤੇ ਉਸ ਸ਼ਬਦ ਦੇ ਗਿਆਨ ਦੁਆਰਾ ਅਸੀਂ ਦੇਖਦੇ ਕਿਸ ਨੂੰ ਹਾਂ? ਉਸ ਅਪਾਰ ਰੂਪ ਮਾਲਕ ਦਾ, ਜਿਹੜਾ ਅਪਾਰ ਰੂਪ, ਜਿਹੜਾ ਇਸ ਸੰਸਾਰ ਦੇ ਵਿੱਚ ਹਰ ਥਾਂ ਬਸਿਆ ਹੋਇਆ ਹੈ।
ਸ਼ਬਦ ਅਨਾਹਦ ਸੋ ਸੋਰਾਤਾ ਨਾਨਕ ਕਹੇ ਵਿਚਾਰ। ਵੀ ਜਿਹੜਾ ਉਸ ਸ਼ਬਦ ਦੇ ਵਿੱਚ, ਜਿਹੜਾ ਅਨਾਹਦ ਸ਼ਬਦ ਹੈ, ਜਿਹੜਾ ਜੀਵ ਉਸ ਦੇ ਵਿੱਚ ਰਤਿਆ ਗਿਆ ਹੈ, ਉਹ ਫਿਰ ਸਾਨੂੰ ਉਸ ਦੇ ਬਾਰੇ ਕਹਿੰਦਾ ਹੈ। ਜਿਹੜਾ ਗੁਰ ਸ਼ਬਦ ਹੈ, ਅਨਾਹਦ ਸ਼ਬਦ ਹੈ, ਜਿਹਦੇ ਦੁਆਰਾ ਆਪਾਂ ਦੇਖ ਸਕਦੇ ਹਾਂ ਕਿ ਹਰ ਥਾਂ 'ਤੇ ਉਹੀ ਵਸਦਾ ਹੈ। ਜਿਵੇਂ ਅਭਿਆਸ ਕਰਦੇ ਹਾਂ, ਜਿੱਥੇ ਵੀ ਜਾਈਏ, ਜਿੱਥੇ ਬੈਠੀਏ, ਉੱਥੇ ਹੀ ਸਾਨੂੰ ਨਜ਼ਰ ਆਉਂਦਾ ਹੈ। आओ अगला शब्द है रहो पंक्तियां ने तो प्रवाह के ही क्या कीजै जन्म जन्म किश लीजी लीजै। हुण समझाउंदे ने वे उस प्रभु जो है उसकी प्रवाह जब तक जीव नहीं करता, क्योंकि ये जन्म है, ये जन्म दे विच असी सिर्फ संसारी अवस्था तक पए रहंदे हां, ते जिस कारज वास्ते आपां आए हां उस नूं आपां प्राप्त नहीं करदे। ते जे आपां उस नूं नहीं जाणदे ते उस नूं फिर साडी भी परवाह नहीं है। वो किस दी परवाह करदा है? जिहड़ा उस दे नाल प्यार करदा है, जिहड़ा उस दे हुक्म दे विच चलदा है। जिवें कोई बच्चा है, माँ बाप दे हुक्म विच चलदा है, माँ बाप भी उसकी चिंता करता है। जे किसी दे हुक्म च नहीं चलता, माँ बाप भी उसकी परवाह नहीं करता। इदां सानूं समझाया है भी जे असीं भी सिर्फ ये वस्तां तक सीमित हाँ, फिर उसनूं साडी परवाह नहीं है। की समझाउंदे ने कि साडी की हालत है, मैं गुण गल्लां के सिर पार। साडे कोल सिर्फ गल्लां दा बड़ा भार है, बड़ा ज्ञान है, सिर्फ गल्लां तक सीमित हाँ। गल्ली गल्ला सिरजनहार, असीं गल्लां ही करदे सिरजनहार दीआं, पर उसनूं देखिया नहीं, उसनूं जानन दी कोशिश नहीं करते, सिर्फ गल्लां ही करते ने, क्योंकि ये गल्लां दा ही साडे ते भार है। खाना पीना हसना बात, ते इत्थे साडा चाहे खांदे हाँ, पींदे हाँ, हसदे हाँ, एक बाद ही है। ये प्रभु नूं नहीं पाउंदा। कदों तक नहीं पाउंदा? जदों तक जब लग हृदय ना आवे जात। जब तक साडे हिरदे विच उस प्रभु दा वासा ना हो जावे, चित दे विच वस ना जावे, उदों तक साडा हसना खाना पहनना एक बाद है, परवाह नहीं है। जे गल्लां भी करदे असीं उस दियां, वो भी प्रभु नूं नहीं पाउंदियां, क्योंकि जब तक असीं जाणदे नहीं, उस नूं देख नहीं लैंदे, उस दियां गल्लां भी करदे हाँ, वो साडियां लेखे दे विच नहीं हन। जो अनजान दे विच करदे ने, जिन्हों मेरा समझाउंदे ने, अनजानत जो सेवै तेती नह जाए कनी। जो अनजानत सेवदा उसनूं, उहदियां गल्लां सुणदा करदा, वो प्रभु दे लेखे दे विच नहीं है। मन की मत मतागल मता। हुण मन दी जिहड़ी मत है, ये मस्त है माया दे विच, जिवें हाथी मस्त हुंदा है माया दे विच, काम दे विच। ओ मन दी हालत है जीव दी, हाथी दी तरह है, अहंकार है, अस्थूल है। जो किछ बोलीए सब खतो खता। जब तक असी जो भी कुछ बोलांगे, क्योंकि असी उस प्रभु दी गल नहीं कर सकते, जे करते हाँ अनजाने विच करते हाँ, तो ये बोलिया साडा सारा ही खता ही है। इत्थे सानू कोई लाभ नहीं होने वाला, क्योंकि असी जानिया नहीं। साडी हालत की है? हाथी दी तरह।
ਤੇ ਹਾਥੀ ਕਦੇ ਵੀ ਛੋਟੇ ਦਰਵਾਜ਼ੇ 'ਚ ਨਹੀਂ ਲੱਗ ਸਕਦਾ, ਜਿੱਥੇ ਜਾ ਕੇ ਆਪਾਂ ਪ੍ਰਭੂ ਨੂੰ ਦੇਖਣਾ ਹੈ। ਹੁਣ ਮਨ ਦੀ ਹਾਲਤ ਜਿਹੜੀ ਬਾਬਾ ਕਬੀਰ ਜੀ ਦੱਸਦੇ ਨੇ ਕਿ ਮੁਕਤ ਦੁਆਰਾ ਸੰਕਰਾ ਰਾਈ ਦਸ ਮੈਂ ਪਾਏ, ਮਨ ਤੋਂ ਮੈਗਲ ਹੋਏ ਰਿਹਾ ਨਿਕਸਿਆ ਕਿਉਂ ਕਰ ਜਾਏ। ਵੀ ਮਨ ਹਾਥੀ ਬਣਿਆ ਹੈ, ਉਹ ਰਾਈ ਤੇ ਵੀ 10ਵੇਂ ਹਿੱਸੇ ਛੋਟਾ ਦਰ ਹੈ, ਤੇ ਕਿਵੇਂ ਨਿਕਲ ਸਕਦਾ ਹੈ। ਇਸ ਕਰਕੇ ਉਨੀ ਦੇਰ ਜੋ ਬੋਲਾਂਗੇ ਉਹ ਵੀ ਸਾਡਾ ਕੋਈ ਲਾਹਾ ਨਹੀਂ ਹੈ, ਉਹ ਵੀ ਸਾਨੂੰ ਘਾਟਾ ਹੀ ਹੈ, ਨੁਕਸਾਨ ਹੀ ਹੈ। ਜਦ ਤੱਕ ਆਪਾਂ ਜਾਣਿਆ ਨਹੀਂ, ਗਲਤ ਹੀ ਗਿਆਨ ਦੇਵਾਂਗੇ। ਤੇ ਉੱਥੇ ਸਾਨੂੰ ਗੁਰਬਾਣੀ ਦੇ ਵਿੱਚ ਗਵਾਰ ਕਿਹਾ ਹੈ, ਕਿਉਂਕਿ ਅਸੀਂ ਬੋਲ ਵਿਗਾੜ ਹਾਂ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਅਸੀਂ ਕਿੱਥੇ ਤੱਕ ਅਸੀਂ ਪਾਪ ਕਰ ਸਕਦੇ, ਪੁੰਨ ਇੱਥੇ ਤੱਕ ਚੱਲਦੇ ਹਾਂ, ਲੇਕਿਨ ਪ੍ਰਭੂ ਨੂੰ ਨਹੀਂ ਜਾਣਿਆ। ਇਸ ਕਰਕੇ ਉਸ ਪ੍ਰਭੂ ਦੇ ਅੱਗੇ ਅਰਦਾਸ ਵੀ ਸਾਨੂੰ ਨਹੀਂ ਪਤਾ ਵੀ ਕਰਨੀ ਕਿਵੇਂ ਹੈ, ਕਿੱਥੇ ਜਾ ਕੇ ਅਰਦਾਸ ਕਰਾਂਗੇ ਫਿਰ ਸਾਡੀ ਅਰਦਾਸ ਸੁਣਦਾ ਹੈ। ਤੇ ਕਿਆ ਉੱਥੇ ਬੋਲ ਕੇ ਕਰਨੀ ਹੈ। ਮਤਲਬ ਸਮਝਾਉਂਦੇ ਨੇ ਆਪਾਂ ਨੂੰ ਕਿ ਸਾਡੇ 3 ਜਿਹੜਾ ਤਾਪ ਚੜਿਆ ਹੈ ਤ੍ਰੈ ਗੁਣਾਂ ਦਾ, ਇਸ ਨੂੰ ਆਪ ਨਿਵਾਰ ਦਿੰਦਾ ਹੈ। ਪਰ ਜੇ ਅਸੀਂ ਅਰਦਾਸ ਕਰੂੰਗੇ ਪ੍ਰਭੂ ਦੇ ਅੱਗੇ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਵਿਗਨ ਕੋ ਲਾਗੈ ਜਾ ਕੇ ਪ੍ਰਭ ਅੱਗੇ ਅਰਦਾਸ। ਹੁਣ ਜਦ ਤੱਕ ਪ੍ਰਭੂ ਨੂੰ ਜਾਣਿਆ ਹੀ ਨਹੀਂ, ਕਿਵੇਂ ਅਰਦਾਸ ਕਰ ਸਕਦੇ, ਕਿਹੜੇ ਮੂੰਹ ਨਾਲ ਅਰਦਾਸ ਕਰਾਂਗੇ। ਜੋ ਬੋਲਾਂਗੇ ਖਤਮ। ਤੇ ਜਦੋਂ ਅਸੀਂ ਉਸ ਦਰ ਨੂੰ ਜਾਣ ਲੈਂਦੇ ਹਾਂ, ਉਸ ਦਰ ਤੇ ਬੈਠਦੇ ਹਾਂ, ਫਿਰ ਉੱਥੇ ਸਾਨੂੰ ਬਿਨ ਬੋਲੇ ਜਾਣਦਾ ਹੈ। ਉੱਥੇ ਅਰਦਾਸ ਕੌਣ ਕਰਦਾ ਹੈ, ਜਿਹੜਾ ਉਸ ਮਾਲਕ ਦਾ ਜਨ ਹੈ। ਉਸਨੇ ਸਾਨੂੰ ਪ੍ਰਭੂ ਦੇ ਨਾਲ ਜੋੜਨਾ ਹੈ। ਉਹ ਫਿਰ ਬੇਨਤੀ ਕਰਦਾ ਕਿ ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਓ। ਉੱਥੇ ਉਹਦੇ ਜਨਾਂ ਦੀ ਜਿਹੜੀ ਅਰਦਾਸ ਹੈ ਬਿਰਥੀ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਪੂਰਾ ਜਦੋਂ ਗੁਣਾਂ ਦਾ ਖਜ਼ਾਨਾ ਦਿੱਤਾ ਹੈ ਮਾਲਕ ਨੇ, ਉਹ ਗੋਬਿੰਦ ਦੇ ਨਾਲ ਜੋੜਦਾ ਹੈ ਜੀਵ ਨੂੰ। ਉੱਥੇ ਉਹਦਾ ਜਨ ਪ੍ਰਭੂ ਦੇ ਅੱਗੇ ਅਰਦਾਸ ਕਰਦਾ ਹੈ, ਪਰ ਬੋਲ ਕੇ ਨਹੀਂ, ਕਿਉਂਕਿ ਜੋ ਅਸੀਂ ਮਨ 'ਚ ਸੋਚ ਲਿਆ ਤੇ ਉਸ ਪ੍ਰਭੂ ਦੇ ਉਸ ਨੂੰ ਜਾਣ ਲੈਂਦਾ ਹੈ। ਜਿਹਨੂੰ ਆਪਾਂ ਪੜ੍ਹਦੇ ਹਾਂ, ਬਿਨ ਬੋਲੇ ਸਭ ਕੋਈ ਜਾਣਦਾ, ਕਿਸ ਆਗਾ ਕੀਚੈ ਅਰਦਾਸ। ਪਰ ਜਦ ਤੱਕ ਜਾਣਿਆ ਨਹੀਂ, ਅਰਦਾਸ ਵੀ ਅਸੀਂ ਉੱਥੇ ਨਹੀਂ ਕਰ ਸਕਦੇ। ਜੈਸਾ ਤੂੰ ਕਰਹਿ ਤੈਸਾ ਕੋ ਹੋਏ। ਜਿਹੋ ਜਿਹਾ ਉਹ ਕਰਦਾ ਹੈ ਉਹ ਜਿਹਾ ਹੁੰਦਾ ਹੈ। ਜਿਸ ਨੂੰ ਜਨਾ ਦੇਵੇ ਉਹ ਜਾਣ ਲੈਂਦਾ, ਜਿਹਨੂੰ ਨਹੀਂ ਜਨਾਉਂਦਾ ਉਹ ਨਹੀਂ ਜਾਣ ਸਕਦਾ। ਤੁਝ ਬਿਨ ਦੂਜਾ ਨਾਹੀ ਕੋਈ, ਕਿਉਂਕਿ ਦੂਜਾ ਤਾਂ ਹੈ ਨਹੀਂ ਉਸ ਤੋਂ ਬਿਨਾਂ ਕੋਈ। ਪਰ ਜਿਨ੍ਹਾਂ ਨੂੰ ਜਨਾਉਂਦਾ ਹੈ ਉਹ ਜਾਣ ਸਕਦੇ ਨੇ। ਜਿਹੀ ਤੂੰ ਮਤ ਦੇ ਤੇਹੀ ਕੋ ਪਾਵੇ। ਜਿਹੀ ਜੀ ਮਤ ਦਿੰਦਾ ਹੈ ਉਹੀ ਜੀ ਮਤ ਪ੍ਰਾਪਤ ਹੁੰਦੀ ਹੈ। ਤੁਧ ਭਾਵੈ ਤੁਧ ਆਪੇ ਭਾਵੈ ਤੇ ਵਿੱਚ ਲਾਵੇ। ਹੁਣ ਜਿਨ੍ਹਾਂ ਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਆਪ ਚਲਾਉਂਦਾ ਹੈ, ਉਹਨਾਂ ਨੂੰ ਚੰਗੇ ਪਾਸੇ ਚਲਾ ਦਿੰਦਾ ਹੈ, ਉਹਨਾਂ ਨੂੰ ਜਨਾ ਦਿੰਦਾ ਹੈ। ਤੇ ਜਿਹੜੇ ਨਹੀਂ ਪਾਉਂਦੇ ਉਹਨਾਂ ਨੂੰ ਆਪਣੇ ਮਾਰਗ ਤੇ ਨਹੀਂ ਚਲਾਉਂਦਾ, ਉਹਨਾਂ ਨੂੰ ਵਿਛੋੜ ਕੇ ਰੱਖਦਾ। ਉਹ ਗੱਲਾਂ ਸੁਣਾਉਣ ਤੱਕ ਹੀ ਸੀਮਤ ਨੇ, ਉਹ ਹਿਰਦੇ ਦੇ ਵਿੱਚ ਮਾਲਕ ਦੀ ਯਾਦ ਨਹੀਂ ਬਣਾਉਂਦੇ, ਉਹ ਪ੍ਰਵਾਹ ਵੀ ਨਹੀਂ ਕਰਦੇ। ਤੇ ਜਿਹੜੇ ਉਸ ਦੀ ਪਰਵਾਹ ਨਹੀਂ ਕਰਦੇ ਉਹ ਵੀ ਉਹਨਾਂ ਦੀ ਪਰਵਾਹ ਨਹੀਂ ਕਰਦਾ। ਰਾਗ ਰਤਨ ਪਰਵਾਰ ਭਰੀਆਂ, ਰਾਗ ਰਤਨ ਭਰੀਆਂ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਹੁਣ ਇੱਕ ਪਾਸੇ ਮਹਾਰਾਜ ਸਮਝਾਉਂਦੇ ਨੇ
कि उस प्रभु का परिवार है। वो कहना है परियां, राग, रतन। रतन की है गुर दा शब्द, ते परियां की हन जदों मन प्रकाश हो जाता है, प्रकाश रूप हो जाता, उत्थे आप परियां रूप हो जाते हैं। जिथे आप सिर्फ हरि का शब्द ही गाते हैं, जिथे आनंद साहब की बाणी च आप पढ़ते हाँ, आनंद पाया मेरी माए सतगुरु मैं पाया, सतगुर तां पाया सह सेती मन वजियां बाधाइयां, राग रतन परिवार परियां शब्द गावन आईयां। वो शब्द जेड़ा गुर दा शब्द है, शब्द तां गावो हरि केरा मन जिनी वसाया। वो गाउंदा कौन है? जिन्हें मन दे विच वसाया है, ते दूजियां उस नूं सुनन दे वास्ते आउंदियां ने, जिथे उत्थे सच्चा ज्ञान लैके मन नूं आनंद होता है। कह नानक आनंद होवा सतगुरु मैं पाया। फिर वो सच्चा गुर प्राप्त हो जाता, फिर मन आनंद विच है। फिर आपां कहंदे हां मन नूं कि ए मन मेरे आ तू सदा रहो हर नाले। हुण वो रतन परिवार परियां ने, ते आपां क्योंकि काफ़ी वार आउंदा है गावन तुदनो राग रतन परिवार परियां, इदां काफ़ी बार आउंदा है गुरबाणी दे विच इसदा। पर परियां जदों असीं प्रकाश रूप हो जाते हैं, उत्थे शब्द किसदा गाया जाता है? प्रभु दा। उसथे फिर उसनूं कहंदे अमृतार। दो तरह के जीव ने, एक पहला आपां विचार के आए सिर्फ गल्लां वाले ने, ते एक वो ने जिन्हां नूं आप जना दिंदा है, आप उसनूं पाउंदे चलाउंदा है, जैसी फिर आप मत दिंदा वही जी मत आउंदी है। उत्थे फिर मतलब कहते तिस विच उपजै अमृत सार, उस दे विच फिर अमृत दा गुर शब्द दा ज्ञान सानू प्राप्त होता है। क्योंकि अमृत किसनू कहा है? गुर शब्द नूं। अमृत एको शब्द है गुरमुख पाया जाए। नानक करते का यह धन माल। हुण प्रभु दा जिहड़ा धन है, माल है, एक ही है गुर दी विचार नाम। पर कदों जदों आप सानू मत दिंदा है, किथे बैठ के जिथे जदों जीव उस प्रभु दे नाम नूं सुनन वास्ते, जिवें हुण आप बैठे हाँ, आपां किस वास्ते बैठे हाँ कि असीं परमेश्वर नूं त्याउणा है, जुगती द्वारा त्याउणा है। क्योंकि असली धन वो है मालिक दा। जे को बूझा ए विचार। पर जे कोई ये बुझदा है, बुझदा कदों है? जे बुझाउंदा है, फिर संगत च बैठ के फिर आपां उस नाल जुड़ते हैं। फिर वो जीव जेड़ा उस नाल जुड़ जाता है, उसनूं फिर दूजियां दी परवाह नहीं है। वो की करदा? उसनूं एक मालिक दे नाल ही प्यार है, वो होर चीज़ां दी परवाह नहीं करदा। क्योंकि फिर वो आप भी त्याउंदा है, दूजियां नूं भी दसदा है। इस तरीके नाल आपां नूं समझाया है कि परमेश्वर गल्लां दे विच नहीं है, एक गुर दे शब्द द्वारा पाया जाता है, जिसनूं सोहला शब्द भी आपां कहते हैं। जिन्हों महाराज समझाउंदे ने, ये सोहला शब्द सुहावा, शब्दो सुहावा सदा सोहला सतगुरु सुनाया, यह तिन कै मन वसिया जिन तुरों लिखिया आया। एक फिरे कनेरे करे गल्लां गल्ली किने ना पाया। कह नानक शब्द सोहला सतगुरु सुना। ये सोहला शब्द है। शब्द सोहला की है? उस प्रभु दी विचार जिन्हों आप पढ़ते हाँ, जय कर कीरत आखी है, करते का होए विचारो, तित कर गावो सोहला सिवरे हो सिरजनहारो। जिथे उस प्रभु की करते की विचार होंदी है, उत्थे सानू दसदे ने कि एवें सिमरना है। उस सिरजनहार प्रभु नूं सिमरना किवें है? वो जुगती है, वो गुर है, उसनूं सोहला शब्द क्या है? जो आप मालिक अपने जना की रसना तो आप देंदा। जिथे इत्थे भी आपां विचार के आए हाँ,
कि जदों आप कृपा करता है फिर आप चलाउंदा है। जेही तू मत दे तही को पावै, तुद आपे पावै तिवै चलावे। जिवें आपां पढ़दे आनंद साहब दी बाणी दे विच भी, जीव तू चलाए तिव चलै स्वामी। भी जिवें तू चलाउंदा उवें असीं चलदे हां। होर क्या जाना गुण तेरे, जीव तू चलाए तिवै चलै। भी जिवें तू चलाउंदा उवें चलदे ने जिन्हां ते आप दया करदा है। सो आओ हुण आपां नाल नाल जिहड़ा ध्याउणा है, जिहड़ा असली धन की है ध्याउणा, मालक दे नाल जुड़ना, हिरदे दे विच उस दी याद नूं बनाउणा। क्योंकि जब तक वो साडे हिरदे च याद नहीं बनती, जो भी असी करते हाँ, खांदे पींदे हसदे गल्लां करदे, सारा कुछ एक बाद ही है। जद हिरदे च बस जाता है फिर साडा सारा कुछ परवान है। फिर खादा भी पहनिया भी फिर सारा कुछ परवान है। जब तक उसनूं जाणिया नहीं सारा कुछ त्रिकाल है। त्रिग त्रिग खाया, त्रिग त्रिग सोया, त्रिग त्रिग कापर अंग चढ़ाया, त्रिग संसार त्रिग शरीर कुटुंब सहित स्यों, जित हुण खसम ना पाया। जो उस प्रभु ने पाया उन्नी देर त्रिकाल है। पौड़ी छुड़की हाथ न आवे, अहला जन्म गवा। सो आओ जो त्यावना है किवें है कि दोने नेत्र नानू आपां सम करना है। मन दा नचना की है कि प्यार पैदा करना गुर दी मत लैके। हुण मत जो देंदे हैं, जो मैं बोलदा हाँ, वो थोड़े जाके बजदी है, उसनूं गुर दी मत कहने। फिर असी उस दे नाल प्यार करते हाँ, उसनूं कहंदे ने मत वाजा पखावज पाओ। भी पाओ करना उसते, ये फिर ताल ने नचण दे वास्ते है ना। जिवें आपां पहला विचार के आए हाँ, बाजा मत पखावज पाओ, होए आनंद सदा मन चाओ। इहा भगत इहो तप ताओ, इत रंग नाचो रख रख। ओए पहला इत्थे सम करना है, फिर सामने जिमें जिमें आपां इहदा मन दा नचना है। ये नेत्र ही तपला बना लेने ने आपां। अगे फिर विचारांगे होर, जिथे सानूं दसदे ने कि अपने दोनों नेत्रां दी जिहड़ियां पलकां ने, ये जिवें तपला वजाउंदे हाँ, वो तपला बन जाते ने, वो अपनी मन नचदा है। सो आओ किवें करना है। अगर कोई नवा जीव है वो समझ लवे तो अपना लाइव भी चलता है। आपां दोनों नेत्रां नूं पहला इस पॉइंट ते लेके आना है, क्योंकि उस प्रभु दे सन्मुख नचना है। वो कित्थे है? सहज गुफा दे विच। ते आपां सहज गुफा च प्रवेश करके फिर उस दे आगे नचना है। ये मन नाचै सतगुर कै आगे। ते प्रवेश करके फिर आपां नचना है। किवें नचना है वो समझ लेना आपां ने कि पहला आपां इस पॉइंट ते ध्यान लगाउणा है। ते आपां ये देखना है कि साडा मन जिहड़ा है एक दृष्ट है, एक चित है कि नहीं। किवें पता चलेगा? इत्थे देखण दे नाल जेकर सानू नक दिसदा है, इवें देखना दोनों नेत्रां नूं इस पॉइंट ते फोकस करके। जेकर इत्थे देखण नाल नक दिसदा है फिर असीं दुचित्ती दे विच हां, एक चित नहीं हाँ, एक मन नहीं हाँ, दो दृष्टि विच हाँ। ते जिन्नी देर दो दृष्टि च हाँ, जे असीं नचांगे भी प्रभु नूं नहीं पाउंदा, क्योंकि असीं सन्मुख होकर नच सकदे, असीं बाहर ही नचदे हाँ।
महल च जाके नचना है, जिवें अपने घर कोई आके नचे। फिर आपां उसनूं खैर पाउंदे हां, उसनूं देंदे हां उसदा। जे कोई सड़क ते नची जाएगा ते आपां नूं, क्योंकि इदां ही जे असीं बाहर नचदे हां ते मालक नूं नहीं पाउंदे, पहलां असीं महल च जांदे हां, फिर उहदे सन्मुख हो के नचदे हां। उत्थे आपां तां ही जा सकदे जे असीं एक दृष्ट हां। दो दृष्टि दे विच आपां अपने महल च प्रवेश ही नहीं कर सकदे, क्योंकि मन साडा हाथी दी तरह है, दो जोतां दे विच है ते रस्ता तंग है, ते आपां प्रवेश नहीं कर सकदे। सो आपां देखना है, जे नक दिसदा है असीं प्रवेश नहीं कर सकदे महल दे विच। जे नहीं दिसदा फिर आपां प्रवेश, क्योंकि फिर आपां एक मन हाँ, एक चित हाँ। हुण जे दिसदा है फिर आपां ये भी देखना हुंदा है कि किस पास्यों दिसदा है, इस पासे सज्जे खब्बे जां विचाले दोनों पासे तो। उस तो बाद फिर आपां जुगती लवांगे, गुर लवांगे की है कि आपां मालक दे सन्मुख जावांगे, वो सानू दो तो एक कर देगा। किवें है वो देख लो, इस पॉइंट ते देखना है पहला इदां सम करके। इत्थों मैं आप जी नूं आवाज़ देवांगा कि ध्यान सामने लैके आओ, आपां सामने देखना। फिर आवाज़ देवांगा कि मस्तक दे सामने लै जाओ, पलकां उत्ते चुक देणियां ने। फिर जदों कहांगा सामने, फिर सामने, फिर जदों कहांगे नक ते सम करना है, फिर इस पॉइंट से देखना है। जेकर कोई नवा जीव है, क्योंकि आपां सारे अवियासी हाँ, सारे एक दृष्ट हाँ, पर फिर भी जेकर कोई नवा जीव है, क्योंकि लाइव भी चलता है, हो सकता लाइव दे विच भी कोई नवा होवे। इस तरीके नाल फिर वापस आके देखना है, जे पहला नक दिसदा ध्यान ला के, फिर देखना है जे नक दिसनों हट गया फिर एक दृष्ट हो गए, पर तां होएगा जे साडे अंदर प्यार होएगा, मत गुर दी मत दा प्यार होएगा। फिर अपना ये नचना शुरू होएगा। आओ सारे सम करके देखिए अपने आप नूं। सामने लेके आइए ध्यान। मस्तक दे सामने पलकों फिर सामने लेके आइए।
फिर नक ते सम करके देखिए। देखना है अपने आप नूं, जे पहला किसी नूं नक दिसदा सी कि हुण दिसनों हट गया। एक चित्त होना कि है कि सानू अपना नक नज़र नहीं आएगा। जे आएगा तो प्रकाश नज़र आएगा। किस पासे? खब्बे। इस पासे सानू प्रकाश नज़र आएगा, चमक नज़र आएगी। इस पासे साडे नत्थ पै जाती है। मालिक जुगत जिन्हों आपां कहते हैं, जियो पाए जुगत हाथ की, काली नत्थ क्या बड़ा पाया। नीचे लै जो ध्यान, जो थले अपने ये फर्श विछया है, गद्दे ने इन चादर तो गद्दियां तो थोड़ा ऊपर देखना है। इत्थे ही प्रकाश सानू अनुभव होना शुरू होएगा। अब फिर सम करके देखिए अपने आप नूं।
फिर नीचे ले जो ध्यान, बिल्कुल रिलैक्स देखना है। और फिर सम करके देखिए अपने आप में। वाहिगुरु जी का खालसा, वाहिगुरु जी की फतेह। सो गुरमुख प्यारिओ, इदां ही जिहड़ा प्यार पाउणा प्रभु दे नाल, इह ध्यान लगाउणा है। यह मन दा नचना है। एक तन दा नचना है, लेकिन भगती दे विच मन दा नचना है। पर कौन नचदा है? जिन्हां दे मन दे विच प्यार है। महाराज समझाउंदे ने, नचन कुदन मन का चाओ, नानक जिन मन पाओ तिना मन पाओ। जिन्हां दे अंदर डर है उस प्रभु, उन्हां दे अंदर प्यार पैंदा है, ते उन्हां दा मन दा नचना फिर है। मन दा चाओ, जदों मन दे विच चाओ आउंदा है, किवें आपां मालक नूं मनाउणा है नच नच के। ते फिर इदां असीं जदों अभ्यास करते हाँ, मालक दे अगे पाउंदा है, फिर वह खुश हुंदा है। फिर वह सानू इसदा फल देंदा है। संसार च आपां देखदे हाँ, नचने वालियां नूं लोग पैसे देंदे ने। इदां ही प्रभु दे अगे नचदे हाँ, वह सानू नाम धन देंदा है।
ਉਹ ਨਾਮ ਦੀ ਵਰਖਾ ਕਰਦਾ ਹੈ। ਸੋ ਆਓ ਹੁਣ ਆਪਾਂ ਸਮਾਪਤ ਕਰਦੇ ਹਾਂ, ਕਿਉਂਕਿ ਲਾਈਵ ਚੱਲਦਾ ਹੈ। ਜੇਕਰ ਫਿਰ ਆਪਾਂ ਕੋਈ ਵਿਚਾਰ ਕਰਨੀ ਹੈ ਕਿਸੇ ਨੇ ਕਰ ਸਕਦੇ ਹਾਂ, ਕੁਛ ਪੁੱਛਣਾ ਹੈ। ਸੋ ਆਓ ਹੁਣ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।